ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ। ਸੋ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸਾਰਿਆਂ ਦਾ ਹੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰ ਕੇਡਰ, ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਹਿਸਟਰੀ ਦਾ ਜਿਹੜਾ ਪਾਰਟ ਨੰਬਰ ਆਪਾਂ ਥਰਡ ਡਿਸਕਸ ਕਰਾਂਗੇ। ਸੋ ਇਸ ਤੋਂ ਪਹਿਲਾਂ ਜਿਹੜੇ ਦੋ ਪਾਰਟ ਹਿਸਟਰੀ ਦੇ ਉਹ ਕੰਪਲੀਟ ਹੋ ਚੁੱਕੇ ਨੇ, ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ ਤਕਰੀਬਨ ਆਪਾਂ ਜਦੋਂ ਤੱਕ 24 ਤਰੀਕ ਦੀ ਗੱਲ ਕਰੀਏ ਤਾਂ ਮੋਸਟਲੀ ਆਪਾਂ ਦੋਨਾਂ ਜਾਣੀ ਕਿ ਤਿੰਨੇ ਹੀ ਸਬਜੈਕਟਾਂ ਦਾ ਜਿਹੜਾ ਹੈ 1500 ਦੇ ਕਰੀਬ ਜਿਹੜਾ ਕੁਐਸਚਨ ਆਪਣਾ ਉਹ ਕੰਪਲੀਟ ਹੋ ਜਾਊਗਾ। ਜਾਣੀ ਕਿ ਟੋਟਲ ਆਪਣਾ 4500 ਕੁਐਸਚਨ ਕੰਪਲੀਟ ਹੋ ਜਾਊਗਾ ਜਦੋਂ ਤੱਕ ਪੀਐਸਟੈਟ ਪੇਪਰ ਹੋਵੇਗਾ। ਓਕੇ, ਸੋ ਇਹ ਕਾफ़ी ਹੈਲਪਫੁਲ ਰਹੂਗਾ। ਸੋ ਸਾਰੇ ਹੀ ਜਿਹੜੇ ਕੁਐਸਚਨ ਨੇ ਇੰਪੋਰਟੈਂਟ ਨੇ, ਕੋਈ ਵੀ ਕੁਐਸਚਨ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੈ ਜੋ ਤੁਹਾਡਾ ਕਲਾਸ ਦੇ ਵਿੱਚ ਟਾਈਮ ਵੇਸਟ ਕਰਾਊਗਾ। ਠੀਕ ਹੈ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਇਹ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਦਾ। ਸੋ ਧਿਆਨ ਰੱਖਣਾ ਕਿ ਜਿੰਨੇ ਵੀ ਜਿਹੜੇ ਕੁਐਸਚਨ ਕਰਾ ਰਹੇ ਨੇ ਬਹੁਤ ਇੰਪੋਰਟੈਂਟ ਨੇ ਅਤੇ ਪਿਛਲੇ ਸਾਲਾਂ ਦੇ ਦੌਰਾਨ ਜਿਹੜੇ ਇਹ ਕੁਐਸਚਨ ਆਏ ਹੋਏ ਹੈਗੇ ਨੇਗੇ। ਠੀਕ ਹੈ। ਸੋ ਬਹੁਤ ਸਾਰੇ ਆਪਾਂ ਕੁਐਸਚਨ ਹੋਰ ਡਿਸਕਸ ਕਰਾਂਗੇ। ਇਹਦੀਆਂ PDF ਵੀ ਤੁਹਾਨੂੰ ਮਿਲਦੀਆਂ ਰਹਿਣੀਆਂ ਗਰੁੱਪ ਦੇ ਵਿੱਚ ਅਤੇ ਨਾਲ ਹੀ ਜਿਹੜੀਆਂ ਕਲਾਸਿਸ ਉਹ ਵੀ ਡੇਲੀ ਮਿਲਦੀਆਂ ਰਹਿਣਗੀਆਂ। ਓਕੇ, ਫਸਟ ਕੁਐਸਚਨ ਹੈ ਜੀ ਇਸ ਤੋਂ ਪਹਿਲਾਂ 100 ਕੁਐਸਚਨ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਹੈ। ਸੋ ਰੋਮ ਦੇ ਕਿਸ ਪ੍ਰਸਿੱਧ ਲੇਖਕ ਨੇ ਰੋਮ ਦਾ ਸੋਨਾ ਭਾਰਤ ਜਾਣ 'ਤੇ ਦੁੱਖ ਪ੍ਰਗਟਾਇਆ ਸੀਗਾ? ਰੋਮ ਦਾ ਕਿਹੜਾ ਪ੍ਰਸਿੱਧ ਲੇਖਕ ਸੀ ਜਿਸ ਨੇ ਰੋਮ ਦਾ ਸੋਨਾ ਭਾਰਤ ਦੇ ਵਿੱਚ ਜਾਣ 'ਤੇ ਦੁੱਖ ਪ੍ਰਗਟਾਇਆ ਸੀਗਾ? ਸੋ ਇਸ ਲੇਖਕ ਦਾ ਨਾਮ ਸੀਗਾ ਜੀ ਪਲਨੀ। ਸੋ ਇਹ ਰੋਮ ਦਾ ਲੇਖਕ ਸੀਗਾ ਜਿਸ ਨੇ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਕਿ ਜਿਹੜਾ ਰੋਮ ਦਾ ਜਿਹੜਾ ਗੋਲਡ ਸੀ ਉਸ ਨੂੰ ਭਾਰਤ ਦੇ ਵਿੱਚ ਲਿਆਇਆ ਗਿਆ ਸੀਗਾ। ਇਸ ਨੂੰ ਇਸ ਚੀਜ਼ ਦਾ ਜਿਹੜਾ ਕਹਿ ਸਕਦੇ ਹਾਂ ਨਾ ਦੁੱਖ ਲੱਗਿਆ ਸੀਗਾ। ਨੈਕਸਟ ਹੈ ਅਸ਼ੋਕ ਕਨਿਸ਼ਕ ਸ਼ਾਸਕਾਂ ਦੇ ਰਾਜਕਾਲ ਸਮੇਂ ਬੋਧੀ ਭਿਕਸ਼ੂਆਂ ਨੂੰ ਕਿਸ ਧਰਮ ਦਾ ਪ੍ਰਚਾਰ ਕਰਨ ਦੇ ਲਈ ਦੂਜੇ ਦੇਸ਼ਾਂ ਦੇ ਵਿੱਚ ਭੇਜਿਆ ਗਿਆ? ਸੋ ਵੈਰੀ ਇੰਪੋਰਟੈਂਟ ਇਹ ਵੀ ਹੈ ਕਿ ਅਸ਼ੋਕ ਤੇ ਕਨਿਸ਼ਕ ਜਿਹੜੇ ਆ ਦੋ ਵਿਅਕਤੀ ਸੀ ਜਿਨ੍ਹਾਂ ਨੇ ਬੁੱਧ ਧਰਮ ਨੂੰ ਅਪਣਾਇਆ ਸੀ। ਸੋ ਇਹਦੇ ਵਿੱਚੋਂ ਅਸ਼ੋਕ ਜਿਹੜਾ ਸਭ ਤੋਂ ਮਹਾਨ ਸੀ। ਅਸ਼ੋਕ ਮਹਾਨ ਮੰਨਿਆ ਜਾਂਦਾ ਹੈ ਜਿਸ ਨੇ ਕਿ ਕਲਿੰਗ ਦੇ ਯੁੱਧ ਤੋਂ ਬਾਅਦ ਜਿਹੜਾ ਹੈ ਬੁੱਧ ਧਰਮ ਨੂੰ ਅਪਣਾ ਲਿਆ ਸੀ ਪੂਰਨ ਤੌਰ ਦੇ ਉੱਪਰ। ਠੀਕ ਹੈ। ਅਤੇ ਯੁੱਧ ਕਰਨ ਦੀ ਜਿਹੜੀ ਨੀਤੀ ਸੀ ਉਸ ਨੂੰ ਤਿਆਗ ਦਿੱਤਾ ਸੀ, ਕਿਉਂਕਿ ਕਲਿੰਗ ਦੇ ਯੁੱਧ ਦੇ ਵਿੱਚ ਜਿਹੜਾ 261 ਈਸਵੀ ਦੇ ਵਿੱਚ ਹੋਇਆ ਸੀ ਉਹਦੇ ਕਾਰਨ ਕਰਕੇ ਕਾਫੀ ਸਾਰੇ ਲੋਕ ਮਾਰੇ ਗਏ ਸੀ, ਜਿਹਦੇ ਕਾਰਨ ਕਰਕੇ ਇਸ ਨੇ ਇਸ ਨੂੰ ਤਿਆਗ ਦਿੱਤਾ ਸੀ। ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਕਨਿਸ਼ਕ ਸੀਗਾ ਸੋ ਉਸ ਨੇ ਚੌਥੀ ਬੋਧੀ ਮਹਾਸਭਾ ਸੀਗੀ ਜਿਹੜੀ ਉਸ ਨੂੰ ਔਰਗਨਾਈਜ਼ ਕਰਾਇਆ ਸੀ। ਇਹ ਵੀ ਇੰਪੋਰਟੈਂਟ ਹੈ। ਇੱਥੇ ਕੁਐਸਚਨ ਹੈ ਕਿ ਜਿਹੜੇ ਬੋਧੀਆਂ ਦੇ ਦੁਆਰਾ ਜਿਹੜੇ ਬੋਧੀ ਭਿਕਸ਼ੂ ਸੀ ਉਹਨਾਂ ਨੂੰ ਕਿਹੜੇ ਧਰਮ ਦਾ ਪ੍ਰਚਾਰ ਕਰਨ ਦੇ ਲਈ ਭੇਜਿਆ ਗਿਆ ਸੀਗਾ ਦੂਜੇ ਦੇਸ਼ਾਂ ਦੇ ਵਿੱਚ? ਸੁਭਾਵਿਕ ਜੀ ਗੱਲ ਹੈ ਕਿ ਅਸ਼ੋਕ ਤੇ ਕਨਿਸ਼ਕ ਦੋਨੋਂ ਹੀ ਜਿਹੜੇ ਸੀਗੇ ਇਹ ਬੁੱਧ ਧਰਮ ਦੇ ਨਾਲ ਰਿਲੇਟਡ ਸੀਗੇ। ਸੋ ਸਭ ਤੋਂ ਵੱਡੇ ਫੋਲੋਅਰ ਜਿਹੜੇ ਅਸ਼ੋਕ ਮੰਨੇ ਜਾਂਦੇ ਨੇ, ਜਿਹਨੇ ਬਹੁਤ ਸਾਰੇ ਸਤੰਭ ਜਿਹੜੇ ਬਣਾਏ ਸੀਗੇ ਅਤੇ ਸਾਚੀ ਦਾ ਸਤੰਭ ਜਿਹੜਾ ਸੀ ਉਹ ਵੀ ਇਸੇ ਦੇ ਦੁਆਰਾ ਹੀ ਬਣਾਇਆ ਗਿਆ ਸੀਗਾ। ਅਤੇ ਕਨਿਸ਼ਕ ਨੇ ਬੋਧੀ ਮਹਾਸਭਾ ਜਿਹੜੀ ਚੌਥੀ ਬੋਧੀ ਮਹਾਸਭਾ ਸੀ ਜੰਮੂ ਕਸ਼ਮੀਰ ਦੇ ਵਿੱਚ, ਸੋ ਉਹ ਇਸ ਦੇ ਦੁਆਰਾ ਔਰਗਨਾਈਜ਼ ਕੀਤੀ ਗਈ ਸੀ। ਸੋ ਇਹ ਦੋਨੋਂ ਹੀ ਵਿਅਕਤੀ ਬੁੱਧ ਧਰਮ ਦੇ ਨਾਲ ਜੁੜੇ ਹੋਏ ਸੀ ਅਤੇ ਇਹਨਾਂ ਨੇ ਬੁੱਧ ਧਰਮ ਦੇ ਵਿਕਾਸ ਦੇ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਸੀ ਅਤੇ ਆਪਣੇ ਅਨੁਯਾਈਆਂ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਭੇਜਿਆ ਸੀ ਬੁੱਧ ਧਰਮ ਦਾ ਪ੍ਰਚਾਰ ਕਰਨ ਦੇ ਲਈ। ਨੈਕਸਟ ਹੈ ਅਫਗਾਨਿਸਤਾਨ ਦੇ ਵਿੱਚ ਬੁੱਧ ਧਰਮ ਦੇ ਪ੍ਰਸਿੱਧ ਸਮਾਰਕ ਕਿਸ ਦੇ ਰਾਜਕਾਲ ਦੌਰਾਨ 2001 ਈਸਵੀ ਦੇ ਵਿੱਚ ਤਬਾਹ ਹੋ ਗਏ? ਬੁੱਧ ਧਰਮ ਦੇ ਸਮਾਰਕ ਸੀਗੇ ਜਾਣੀ ਕਿ ਉਸ ਨਾਲ ਸੰਬੰਧਿਤ ਕੁਛ ਤਸਵੀਰਾਂ, ਕੁਛ ਜਿਹੜੇ ਦੇਖਣ ਨੂੰ ਮਿਲਦੀਆਂ ਸੀ ਇਮਾਰਤਾਂ, ਸੋ ਉਹ ਕਿਸ ਦੇ ਕਾਰਜਕਾਲ ਦੌਰਾਨ ਤਬਾਹ ਹੋ ਗਈਆਂ? ਸੋ 2001 ਦੇ ਵਿੱਚ ਤਾਲਿਬਾਨ ਸ਼ਾਸਨ ਆਉਂਦਾ ਹੈ ਜਿਸ ਦੇ ਦੌਰਾਨ 2001 ਦੇ ਵਿੱਚ ਅਫਗਾਨਿਸਤਾਨ ਦੇ ਵਿੱਚੋਂ ਸਾਰੇ ਬੋਧੀ ਜਿਹੜੇ ਸੀਗੀਆਂ ਤਸਵੀਰਾਂ, ਮੂਰਤੀਆਂ, ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਨੈਕਸਟ ਹੈ 4 ਨੰਬਰ ਗੁਰਜਰ ਪ੍ਰਤਿਹਾਰ ਸ਼ਾਸਕ ਭਾਰਤ ਦੇ ਵਰਤਮਾਨ ਸਮੇਂ ਕਿਹੜੇ ਦੋ ਰਾਜਾਂ ਦੇ ਵਿੱਚ ਰਾਜ ਕਰਦੇ ਸਨ? ਉਸ ਸਮੇਂ ਦੇ ਵਿੱਚ ਕਿਹੜੇ ਸੀ ਤੇ ਅੱਜ ਵਰਤਮਾਨ ਸਮੇਂ ਉਹਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ ਗੁਰਜਰ ਪ੍ਰਤਿਹਾਰ ਸ਼ਾਸਕ ਰਾਜ ਕਰਦੇ ਸੀਗੇ? ਸੋ ਇਹ ਸੀਗੇ ਰਾਜਸਥਾਨ ਅਤੇ ਗੁਜਰਾਤ। ਓਕੇ, ਸੋ ਇਹਨਾਂ ਤੋਂ ਜਿਹੜਾ ਕਹਿ ਸਕਦੇ ਇਹਨਾਂ ਨੇ ਸ਼ਾਸਨ ਕੀਤਾ ਸੀਗਾ ਇਹਨਾਂ ਦੋ ਰਾਜਾਂ ਦੇ ਵਿੱਚ। ਸੋ ਇਹਨੂੰ ਯਾਦ ਕਰਨ ਦਾ ਤਰੀਕਾ ਇੱਕ ਵੀ ਹੈ, ਗੁਰਜਰ ਅਤੇ ਪ੍ਰਤਿਹਾਰ ਦੋਨਾਂ ਦੇ ਵਿੱਚ ਜਿਹੜੇ ਸੇਮ ਜਿਹੇ ਸ਼ਬਦ ਆਉਂਦੇ ਨੇਗੇ। ਗੁਰਜਰ ਰਾਜਸਥਾਨ ਹੈ ਨਾ, ਗੁਜਰਾਤ ਨੂੰ ਤੁਸੀਂ ਇਹਦੇ ਨਾਲ ਜੋੜ ਸਕਦੇ ਹੋ, ਪ੍ਰਤਿਹਾਰ ਦੇ ਵਿੱਚ ਇੱਥੇ ਰਾਜਸਥਾਨ ਨਾਲ ਇਸਨੂੰ ਜੋੜ ਕੇ ਈਜ਼ੀਲੀ ਯਾਦ ਕਰ ਸਕਦੇ ਹੋ।
ਨੈਕਸਟ ਹੈ ਗੁਰਜਰ ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀਗਾ। ਇਸ ਇਸ ਡੈਂਸਿਟੀ ਦੇ ਵਿੱਚੋਂ, ਇਸ ਵੰਸ਼ ਦੇ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀਗਾ। ਸੋ ਇਹਦੇ ਵਿੱਚ ਨਾਮ ਆਉਂਦਾ ਹੈ ਮਿਹਿਰ ਭੋਜ, ਜਿਹੜਾ ਕਿ ਰਾਜਸਥਾਨ ਤੇ ਗੁਜਰਾਤ ਦੇ ਉੱਪਰ ਆਪਣਾ ਸ਼ਾਸਨ ਸਟੈਬਲਿਸ਼ ਕੀਤਾ ਸੀ। ਇਸ ਦਾ ਵੰਸ਼ ਸੀਗਾ ਗੁਰਜਰ ਪ੍ਰਤਿਹਾਰ। ਇਹ ਮਿਹਿਰ ਭੋਜ ਸੀਗਾ ਜਿਹੜਾ ਇਹ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ ਇਸ ਵੰਸ਼ ਦਾ। ਨੈਕਸਟ ਹੈ 6 ਨੰਬਰ 750 ਈਸਵੀ ਦੇ ਵਿੱਚ ਕਿਸ ਨੇ ਬੰਗਾਲ ਤੇ ਬਿਹਾਰ ਦੇ ਵਿੱਚ ਪਾਲ ਵੰਸ਼ ਦੀ ਸਥਾਪਨਾ ਕੀਤੀ। ਸੋ ਧਿਆਨ ਰੱਖਣਾ ਕਿ ਸਾਰੇ ਹੀ ਕੁਐਸਚਨ ਬਹੁਤ ਇੰਪੋਰਟੈਂਟ ਨੇ ਤੇ ਪਿਛਲੇ ਪੇਪਰਾਂ ਦੇ ਦੌਰਾਨ ਇਹ ਕੁਐਸਚਨ ਆਏ ਹੋਏ ਨੇ। ਕੋਈ ਵੀ ਫालतू ਕੁਐਸਚਨ ਇਸ ਦੇ ਵਿੱਚ ਨਹੀਂ ਹੈ, ਕੋਈ ਵੀ ਟਾਈਮ ਵੇਸਟ ਨਹੀਂ ਹੈ। ਸੋ ਇਹ ਪੂਰੀ ਵੀਡੀਓ ਜਿਹੜੀ ਹੈ ਤੁਹਾਨੂੰ ਪੂਰਾ ਜਿਹੜਾ ਲਾਭ ਇਸ ਦਾ ਉਹ ਦੇਵੇਗੀ। ਓਕੇ, ਤਾਂ ਆਨਸਰ ਹੈ ਗੋਪਾਲ। ਸੋ ਗੋਪਾਲ ਨੇ 750 ਈਸਵੀ ਦੇ ਵਿੱਚ ਬੰਗਾਲ ਤੇ ਬਿਹਾਰ ਦੇ ਵਿੱਚ ਪਾਲ ਵੰਸ਼ ਦੀ ਜਿਹੜੀ ਹੈ ਸਥਾਪਨਾ ਉਹ ਕੀਤੀ ਸੀਗੀ। ਨੈਕਸਟ ਹੈ ਪਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਰਿਹਾ ਹੈ। ਵੰਸ਼ ਦੀ ਗੱਲ ਕਰੀਏ ਤਾਂ ਗੋਪਾਲ ਨੇ ਜਿਹੜਾ ਹੈ ਇਸ ਵੰਸ਼ ਦੀ ਨੀਂਹ ਰੱਖੀ ਜਾਂ ਸਥਾਪਨਾ ਕੀਤੀ, ਉਹ ਵੀ 750 ਈਸਵੀ ਦੇ ਵਿੱਚ। ਅਗਰ ਸ਼ਕਤੀਸ਼ਾਲੀ ਸ਼ਾਸਕ ਦੀ ਗੱਲ ਕਰੀਏ ਤਾਂ ਉਹ ਸੀਗਾ ਧਰਮਪਾਲ। ਧਰਮਪਾਲ ਸੀ ਜਿਹੜਾ ਉਹ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ ਜੀ ਪਾਲ ਵੰਸ਼ ਦਾ, ਪਾਲ ਡੈਂਸਿਟੀ ਦਾ। ਨੈਕਸਟ ਹੈ 742 ਈਸਵੀ ਦੇ ਵਿੱਚ ਵਰਤਮਾਨ ਮਹਾਰਾਸ਼ਟਰ ਦੇ ਵਿੱਚ ਕਿਸ ਨੇ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕੀਤੀ ਸੀ। 742 ਦੇ ਵਿੱਚ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਹੋਈ ਸੀ ਅਤੇ ਸਥਾਪਨਾ ਮਹਾਰਾਸ਼ਟਰ ਦੇ ਵਿੱਚ ਹੋਈ ਸੀ। ਕਿਹੜੇ ਵਿਅਕਤੀ ਨੇ ਕੀਤੀ। ਸੋ ਇਹ ਸੀਗੀ ਦੁਤੀ ਦੁਰਗ। ਸੋ ਦੁਤੀ ਦੁਰਗ ਜਿਹੜਾ ਸੀ ਇਸ ਵਿਅਕਤੀ ਨੇ ਜਿਹੜਾ ਹੈ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕੀਤੀ ਸੀ, ਮਹਾਰਾਸ਼ਟਰ ਰਾਜ ਦੇ ਵਿੱਚ ਕੀਤੀ ਸੀ, ਜੋ ਵਰਤਮਾਨ ਸਮੇਂ ਇਸ ਨੂੰ ਮਹਾਰਾਸ਼ਟਰ ਕਿਹਾ ਜਾਂਦਾ ਹੈ, ਅਤੇ 742 ਦੇ ਵਿੱਚ ਕੀਤੀ ਸੀ। ਤਿੰਨ ਕੁਐਸਚਨ ਨੇ। 742 ਦੇ ਵਿੱਚ ਹੋਈ ਸੀ, ਮਹਾਰਾਸ਼ਟਰ ਦੇ ਵਿੱਚ ਹੋਈ ਸੀ, ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਹੋਈ ਸੀ ਅਤੇ ਦੁਤੀ ਦੁਰਗ ਨੇ ਇਸ ਨੂੰ ਐਸਟੈਬਲਿਸ਼ ਕੀਤਾ ਸੀ। ਨੈਕਸਟ ਹੈ ਪਾਲ ਵੰਸ਼ ਦੇ ਸ਼ਾਸਕਾਂ ਨੇ ਵਰਤਮਾਨ ਭਾਰਤ ਦੇ ਕਿਹੜੇ ਖੇਤਰਾਂ 'ਤੇ ਰਾਜ ਕੀਤਾ। ਸੋ ਪਾਲ ਵੰਸ਼ ਜਿਸ ਦੀ ਸਥਾਪਨਾ ਗੋਪਾਲ ਨੇ ਰੱਖੀ ਸੀਗੀ 750 ਈਸਵੀ ਦੇ ਵਿੱਚ। ਸੋ ਇਸ ਵੰਸ਼ ਦੇ ਸ਼ਾਸਕਾਂ ਨੇ ਵਰਤਮਾਨ ਭਾਰਤ ਦੇ ਕਿਹੜੇ ਰਾਜਾਂ ਦੇ ਉੱਪਰ ਰਾਜ ਕੀਤਾ। ਸੋ ਇਹਦੇ ਵਿੱਚ ਨਾਮ ਆਉਂਦਾ ਹੈ ਬੰਗਾਲ, ਬਿਹਾਰ ਤੇ ਝਾਰਖੰਡ। ਇਹਨਾਂ ਤਿੰਨ ਰਾਜਾਂ ਦੇ ਉੱਪਰ ਇਹਨਾਂ ਨੇ ਆਪਣਾ ਸ਼ਾਸਨ ਕੀਤਾ ਸੀ। ਸ਼ੁਰੂਆਤ ਦੇ ਵਿੱਚ ਦੋ ਸ਼ਾਮਲ ਸੀਗੇ ਬੰਗਾਲ ਤੇ ਬਿਹਾਰ, ਕਿਉਂਕਿ ਇੱਥੇ ਹੀ ਸਥਾਪਨਾ ਹੋਈ ਸੀ, ਬਟ ਬਾਅਦ ਦੇ ਵਿੱਚ ਝਾਰਖੰਡ ਨੂੰ ਵੀ ਇਸ ਦੇ ਵਿੱਚ ਇਨਕਲੂਡ ਕਰ ਲਿਆ ਗਿਆ ਸੀ। ਨੈਕਸਟ ਹੈ 110 ਨੰਬਰ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ। ਸੋ ਰਾਈਟ ਇਸ ਦਾ ਆਂਸਰ ਦੁਤੀ ਦੁਰਗ। ਸੋ ਦੋ ਵਾਰ ਰਿਪੀਟ ਹੋ ਗਿਆ ਨਾ, ਬਟ ਇਹਦੇ ਵਿੱਚ ਜਿਹੜਾ ਹੈ ਸਾਲ ਵੀ ਮੈਂਸ਼ਨ ਕੀਤਾ ਹੋਇਆ, ਸਥਾਨ ਵੀ ਮੈਂਸ਼ਨ ਕੀਤਾ ਹੋਇਆ। ਇਹਦੇ ਵਿੱਚ ਜਿਹੜਾ ਹੈ ਸਥਾਨ ਮੈਂਸ਼ਨ ਨਹੀਂ ਕੀਤਾ, ਸਿਰਫ ਵਿਅਕਤੀ ਦੀ ਗੱਲ ਕੀਤੀ ਗਈ ਹੈ। ਨੈਕਸਟ ਹੈ 11 ਨੰਬਰ ਪ੍ਰਿਥਵੀ ਰਾਜ ਚੌਹਾਨ ਨੇ ਕਿਸ ਸ਼ਾਸਕ ਨੂੰ 1191 ਈਸਵੀ ਦੇ ਵਿੱਚ ਤਰਾਇਨ ਦੀ ਪਹਿਲੀ ਲੜਾਈ ਦੇ ਵਿੱਚ ਹਰਾਇਆ। ਵੈਰੀ ਇੰਪੋਰਟੈਂਟ ਹੈ ਜੀ ਪੀਐਸ ਸਟੇਟ ਦੇ ਲਈ ਖਾਸ ਤੌਰ 'ਤੇ। ਤਰਾਇਨ ਦਾ ਪਹਿਲਾ ਯੁੱਧ ਕਦੋਂ ਹੋਇਆ। 1191 ਦੇ ਵਿੱਚ ਹੋਇਆ। ਪ੍ਰਿਥਵੀ ਰਾਜ ਚੌਹਾਨ ਨੇ ਜਿਹੜਾ ਹੈ ਇਹ ਯੁੱਧ ਲੜਿਆ ਸੀ ਅਤੇ ਇਸ ਲੜਾਈ ਦੇ ਵਿੱਚ ਕਿਸ ਨੂੰ ਹਰਾਇਆ ਸੀ। ਮੁਹੰਮਦ ਗੌਰੀ ਨੂੰ। ਓਕੇ, ਪ੍ਰਿਥਵੀ ਰਾਜ ਚੌਹਾਨ ਜਿਹੜਾ ਸੀ ਇਹ ਭਾਰਤ ਦਾ ਸ਼ਾਸਕ ਸੀਗਾ। ਧਿਆਨ ਰੱਖਣਾ ਕਿ ਤਰਾਇਨ ਦੀ ਜਿਹੜੀ ਪਹਿਲੀ ਲੜਾਈ ਸੀਗੀ ਇਹ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ ਸੀ। 1191 ਦੇ ਵਿੱਚ ਇਹ ਲੜਾਈ ਹੋਈ ਸੀਗੀ। ਇਸ ਦੇ ਵਿੱਚ ਵੀ ਦੋ ਕੁਐਸਚਨ ਬਣਦੇ ਹੈਗੇ ਨੇ। ਓਕੇ, ਨੈਕਸਟ ਹੈ ਚੌਹਾਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਹੈ। ਤਾਂ ਇੱਥੇ ਲਾਸਟ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਚੌਹਾਨ। ਤਾਂ ਚੌਹਾਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ ਪ੍ਰਿਥਵੀ ਰਾਜ ਚੌਹਾਨ। ਓਕੇ, ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈ ਉਹ ਚੌਹਾਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ ਜਾਂ ਸ਼ਾਸਕ ਸੀ। ਪੱਲਵ, ਪਾਂਡਜ ਤੇ ਚੌਲ ਰਾਜੇ ਭਾਰਤ ਦੇ ਕਿਹੜੇ ਭਾਗ ਵਿੱਚ ਰਾਜ ਕਰਦੇ ਸਨ। ਪੱਲਵ, ਪਾਂਡਜ ਅਤੇ ਚੌਲ ਰਾਜੇ, ਇਹ ਤਿੰਨੋਂ ਜਿਹੜੇ ਸ਼ਾਸਕ ਸੀਗੇ, ਇਹਨਾਂ ਦੇ ਜਿਹੜੇ ਰਾਜੇ ਸੀ ਉਹ ਭਾਰਤ ਦੇ ਕਿਹੜੇ ਭਾਗ ਦੇ ਉੱਪਰ ਰਾਜ ਕਰਦੇ ਰਹੇ ਨੇ। ਸੋ ਰਾਈਟ ਇਸ ਦਾ ਆਨਸਰ ਦੱਖਣੀ ਭਾਰਤ। ਓਕੇ, ਦੱਖਣੀ ਭਾਰਤ ਦੇ ਵਿੱਚ ਹੀ ਪੱਲਵ ਤੇ ਪਾਂਡਜ ਤੇ ਚੌਲ ਇਹ ਤਿੰਨਾਂ ਵੰਸ਼ਾਂ ਦੇ ਜਿਹੜੇ ਰਾਜੇ ਸੀ ਉਹ ਸ਼ਾਸਨ ਕਰਦੇ ਹੁੰਦੇ ਸੀ। ਨੈਕਸਟ ਹੈ ਪੱਲਵ ਵੰਸ਼ ਦੇ ਦੋ ਪ੍ਰਮੁੱਖ ਸ਼ਾਸਕਾਂ ਦੇ ਨਾਂ। ਪੱਲਵ ਵੰਸ਼ ਦੇ ਵਿੱਚ ਪਹਿਲਾ ਨਾਮ ਆਉਂਦਾ ਹੈ ਮਹਿੰਦਰ ਵਰਮਨ ਪਹਿਲਾ ਅਤੇ ਦੂਸਰਾ ਹੈ ਨਰਸਿੰਘ ਵਰਮਨ ਪਹਿਲਾ। ਇਹ ਦੋ ਪ੍ਰਸਿੱਧ ਸ਼ਾਸਕ ਨੇ ਜਾਂ ਪ੍ਰਮੁੱਖ ਜਿਹੜੇ ਸ਼ਾਸਕ ਨੇ ਜਿਹੜੇ ਕਿ ਪੱਲਵ ਡੈਂਸਿਟੀ ਦੇ ਨਾਲ ਸੰਬੰਧਿਤ ਨੇਗੇ। ਨੈਕਸਟ ਹੈ ਪਾਂਡੇ ਸ਼ਾਸਕਾਂ ਦੀ ਰਾਜਧਾਨੀ ਕਿਹੜੀ ਸੀਗੀ। ਪਾਂਡਜ ਜਿਹੜੇ ਕਿ ਦੱਖਣੀ ਭਾਰਤ ਦੇ ਵਿੱਚ ਸ਼ਾਸਨ ਕਰਦੇ ਸੀ, ਇਹਨਾਂ ਦੀ ਰਾਜਧਾਨੀ ਸੀਗੀ ਮੁਦਰਾਏ ਜਾਂ ਮੁਦਰਾ ਉਸ ਸਮੇਂ ਦੇ ਵਿੱਚ। ਠੀਕ ਹੈ, ਮੁਦਰਾਏ ਜਾਂ ਮੁਦਰਾ ਜਿਹੜੀ ਹੈ ਉਹ ਇਹਨਾਂ ਦੀ ਰਾਜਧਾਨੀ ਸੀਗੀ ਦੱਖਣੀ ਭਾਰਤ ਦੇ ਵਿੱਚ ਪਾਂਡੇ ਸ਼ਾਸਕਾਂ ਦੀ। ਨੈਕਸਟ ਹੈ ਮਾਰਕੋ ਪੋਲੋ ਨੇ ਕਿਹੜੇ ਰਾਜ ਦੀ ਯਾਤਰਾ ਕੀਤੀ। ਮਾਰਕੋ ਪੋਲੋ ਨੇ ਕਿਹੜੇ
ਰਾਜ ਦੀ ਯਾਤਰਾ ਕੀਤੀ। ਸੋ ਪਾਂਡਿਜ ਰਾਜ, ਠੀਕ ਹੈ, ਪਾਂਡਿਜ ਰਾਜ ਜਿਹੜੀ ਹੈ ਉਹਨਾਂ ਪਾਂਡਿਜ ਰਾਜਾਂ ਦੀ ਜਿਹੜੀ ਹੈ ਯਾਤਰਾ ਕੀਤੀ ਸੀ ਮਾਰਕੋ ਪੋਲੋ ਨੇ। ਨੈਕਸਟ ਹੈ ਚੌਲ ਰਾਜ ਦਾ ਪਹਿਲਾ ਮਹਾਨ ਸ਼ਾਸਕ। ਚੌਲ ਡੈਂਸਿਟੀ ਜਿਹੜੀ ਸੀ, ਚੌਲ ਰਾਜ ਦਾ ਜਿਹੜਾ ਸਭ ਤੋਂ ਮਹਾਨ ਸ਼ਾਸਕ ਸੀਗਾ ਜੀ ਚੌਲ ਵੰਸ਼ ਦੇ ਵਿੱਚ ਵਿਜੇਲਜ ਸੀਗਾ ਜਿਹੜਾ, ਇਹ ਚੌਲ ਰਾਜ ਦਾ ਸਭ ਤੋਂ ਮਹਾਨ ਜਾਂ ਸ਼ਕਤੀਸ਼ਾਲੀ ਰਾਜਾ ਮੰਨਿਆ ਜਾਂਦਾ ਹੈ। ਨੈਕਸਟ ਹੈ ਕਿਹੜੇ ਚੌਲ ਸ਼ਾਸਕ ਨੇ ਗੰਗਈਕੋਂਡਾ ਚੋਲਾਪੁਰਮ ਦੀ ਉਪਾਧੀ ਧਾਰਨ ਕੀਤੀ ਸੀ। ਕਿਹੜੇ ਚੌਲ ਸ਼ਾਸਕ ਨੇ ਗੰਗਈਕੋਂਡਾ ਅਤੇ ਚੋਲਾਪੁਰਮ ਦੀ ਜਿਹੜੀ ਹੈ ਉਪਾਧੀ ਧਾਰਨ ਕੀਤੀ। ਸੋ ਇਹ ਧਾਰਨ ਕੀਤੀ ਗਈ ਸੀ ਰਜਿੰਦਰ ਚੌਲ ਦੇ ਦੁਆਰਾ, ਠੀਕ ਹੈ। ਕਈ ਵਾਰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਵੰਸ਼ ਨੇ ਜਿਹੜਾ ਹੈ ਇਹ ਉਪਾਧੀ ਧਾਰਨ ਕੀਤੀ ਸੀਗੀ, ਤਾਂ ਇਹ ਵੀ ਯਾਦ ਰੱਖਣਾ ਚੌਲ ਵੰਸ਼ ਦੇ ਵਿੱਚ ਸੀ ਅਤੇ ਰਜਿੰਦਰ ਚੌਲ ਨੇ ਜਿਹੜਾ ਹੈ ਇਸ ਉਪਾਧੀ ਨੂੰ ਧਾਰਨ ਕੀਤਾ ਸੀ। ਨੈਕਸਟ ਹੈ ਕਿਸ ਵਿਦਵਾਨ ਨੇ ਰਮਾਇਣ ਦਾ ਤਾਮਿਲ ਦੇ ਵਿੱਚ ਅਨੁਵਾਦ ਕੀਤਾ। ਕਿਸ ਵਿਦਵਾਨ ਨੇ ਰਮਾਇਣ ਦਾ ਜਿਹੜਾ ਹੈ ਤਾਮਿਲ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ, ਟਰਾਂਸਲੇਟ ਕੀਤੀ। ਸੋ ਇਹਦਾ ਨਾਮ ਸੀ ਕੰਬਨ ਵਿਦਵਾਨ। ਸੋ ਇਸ ਵਿਅਕਤੀ ਨੇ ਜਿਹੜਾ ਹੈ ਰਮਾਇਣ ਨੂੰ ਤਾਮਿਲ ਭਾਸ਼ਾ ਦੇ ਵਿੱਚ ਕਨਵਰਟ ਕੀਤਾ, ਅਨੁਵਾਦਿਤ ਕੀਤਾ। ਨੈਕਸਟ ਹੈ ਭਾਰਤੀ ਇਤਿਹਾਸ ਦੇ ਵਿੱਚ ਕਿਸ ਕਾਲ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਯਾਨੀ ਕਿ ਦਿੱਲੀ ਦੇ ਉੱਪਰ ਰਾਜ ਐਸਟੈਬਲਿਸ਼ ਕਰਕੇ ਪੂਰੇ ਭਾਰਤ ਨੂੰ ਆਪਣੇ ਅਧੀਨ ਰੱਖਿਆ। ਸੋ ਇਸੇ ਕਾਲ ਨੂੰ ਹੀ ਦਿੱਲੀ ਸਲਤਨਤ ਕਾਲ ਕਿਹਾ ਜਾਂਦਾ ਹੈ। ਅਤੇ ਭਾਰਤੀ ਇਤਿਹਾਸ ਦੇ ਵਿੱਚ ਇਹ ਕਿੰਨੇ ਤੋਂ ਲੈ ਕੇ ਕਿੰਨੋਂ ਤੱਕ ਦਾ ਸਮਾਂ ਹੈਗਾ ਗਾ, ਤਾਂ ਧਿਆਨ ਰੱਖਣਾ 1206 ਤੋਂ ਲੈ ਕੇ 1526 ਤੱਕ ਦਾ ਜਿਹੜਾ ਸਾਰਾ ਸ਼ਾਸਨ ਸੀਗਾ, ਇਹ ਸਾਰੇ ਦਾ ਸਾਰਾ ਦਿੱਲੀ ਸਲਤਨਤ ਕਾਲ ਦੇ ਅਧੀਨ ਆਉਂਦਾ ਹੈਗਾ ਗਾ। ਦਿੱਲੀ ਸਲਤਨਤ ਕਾਲ ਦੇ ਅਧੀਨ ਆਉਂਦਾ ਹੈ 1206 ਤੋਂ ਲੈ ਕੇ 1526 ਤੱਕ ਦਾ। ਨੈਕਸਟ ਹੈ ਦਾਸ ਵੰਸ਼ ਦਾ ਸੰਸਥਾਪਕ ਕੌਣ ਹੈ। ਦਾਸ ਵੰਸ਼, ਸੋ ਦਾਸ ਵੰਸ਼ ਦਾ ਸੰਸਥਾਪਕ ਹੈ ਕੁਤਬਦੀਨ ਐਬਕ। ਕੁਤਬਦੀਨ ਐਬਕ ਨੂੰ ਜਿਹੜਾ ਹੈ ਦਾਸ ਵੰਸ਼ ਦਾ ਜਿਹੜਾ ਸੰਸਥਾਪਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਨੇ ਦਾਸ ਵੰਸ਼ ਦੀ ਜਿਹੜੀ ਸਥਾਪਨਾ ਕੀਤੀ ਸੀ, ਕਿਉਂਕਿ ਇੱਕ ਦਾਸ ਸੀਗਾ, ਉਸ ਤੋਂ ਬਾਅਦ ਇੱਕ ਸ਼ਕਤੀਸ਼ਾਲੀ ਸ਼ਾਸਕ ਦੇ ਰੂਪ ਦੇ ਵਿੱਚ ਉੱਭਰਿਆ। ਕੁਤਬ ਮੀਨਾਰ ਦੀ ਉਸਾਰੀ ਕਿਸ ਨੇ ਕਰਵਾਈ। ਕੁਤਬ ਮੀਨਾਰ ਜਿਹੜੀ ਕਿ ਦਿੱਲੀ ਦੇ ਵਿੱਚ ਸਥਿਤ ਹੈ, ਸੋ ਇਸ ਦੀ ਜਿਹੜੀ ਉਸਾਰੀ ਹੈ ਉਹ ਕਿਸ ਨੇ ਸ਼ੁਰੂ ਕਰਵਾਈ ਸੀ। ਸੋ ਕੁਤਬ ਤੋਂ ਤੁਸੀਂ ਯਾਦ ਰੱਖਣਾ ਹੈ ਕੁਤਬਦੀਨ ਐਬਕ। ਸੋ ਕੁਤਬਦੀਨ ਐਬਕ ਨੇ ਜਿਹੜਾ ਹੈ ਕੁਤਬ ਮੀਨਾਰ ਦੀ ਉਸਾਰੀ ਕਰਾਈ ਸੀ ਅਤੇ ਇਹ ਦਿੱਲੀ ਦੇ ਵਿੱਚ ਹੈ, ਇਹ ਵੀ ਯਾਦ ਰੱਖਣਾ। ਨੈਕਸਟ ਹੈ ਕੁਤਬਦੀਨ ਐਬਕ ਦਾ ਦਾਸ ਕੌਣ ਸੀ। ਕੁਤਬਦੀਨ ਐਬਕ ਦਾ ਦਾਸ ਕੌਣ ਸੀ ਜੀ। ਸੋ ਰਾਈਟ ਇਸ ਦਾ ਆਨਸਰ ਇਲਤੁਤਮਿਸ। ਇਲਤੁਤਮਿਸ ਜਿਹੜਾ ਹੈ ਉਹ ਦਾਸ ਵੰਸ਼ ਦਾ ਜਿਹੜਾ ਸ਼ਾਸਕ ਸੀ, ਯਾਨੀ ਕਿ ਕੁਤਬਦੀਨ ਐਬਕ ਦਾ ਜਿਹੜਾ ਦਾਸ ਮੰਨਿਆ ਜਾਂਦਾ ਸੀ ਇਸ ਨੂੰ। ਨੈਕਸਟ ਹੈ ਇਲਤੁਤਮਿਸ ਦੀ ਪੁੱਤਰੀ ਦਾ ਨਾਮ ਕੀ ਸੀ। ਵੈਰੀ ਵੈਰੀ ਇੰਪੋਰਟੈਂਟ ਹੈ ਔਰ ਇਹ ਸਾਡੇ ਖਾਸ ਤੌਰ 'ਤੇ ਸਾਡੇ ਨਾਲ ਸੰਬੰਧ ਹੈ ਮਾਲਵਾ ਖੇਤਰ ਦੇ ਵਿੱਚ। ਸੋ ਇਲਤੁਤਮਿਸ ਦੀ ਜਿਹੜੀ ਪੁੱਤਰੀ ਸੀ ਉਸਦਾ ਨਾਮ ਸੀ ਰਜੀਆ ਸੁਲਤਾਨਾ, ਜੋ ਕਿ ਬਠਿੰਡੇ ਦੇ ਕਿਲੇ ਦੇ ਵਿੱਚ ਜਿਹੜੀ ਹੈ ਕਿਡਨੈਪ ਕਰਕੇ ਰੱਖੀ ਗਈ ਸੀਗੀ, ਠੀਕ ਹੈ। ਔਰ ਇਸ ਰਜੀਆ ਸੁਲਤਾਨ ਨੂੰ ਜਿਹੜਾ ਹੈ ਅਲਤੂਨੀਆ ਨਾਂ ਦਾ ਜਿਹੜਾ ਸ਼ਾਸਕ ਸੀਗਾ ਉਹ ਲੈ ਕੇ ਆਇਆ ਸੀਗਾ, ਉਸਨੇ ਇਸ ਨੂੰ ਰੱਖਿਆ ਸੀ, ਮੈਰਿਜ ਕਰਵਾਉਣੀ ਚਾਹੁੰਦਾ ਸੀ ਇਸ ਨਾਲ, ਠੀਕ ਹੈ। ਸੋ ਬਟ ਇਸਨੇ ਨਹੀਂ ਕਰਵਾਈ ਸੀਗੀ। ਸੋ ਇਹਦਾ ਰਜੀਆ ਸੁਲਤਾਨ ਦਾ ਜਿਹੜਾ ਸਮਾਂ ਸੀ ਉਹ 1236 ਤੋਂ ਲੈ ਕੇ 1240 ਤੱਕ ਦਾ ਸਮਾਂ ਸੀਗਾ, ਇਹਨੇ ਸ਼ਾਸਨ ਵੀ ਕੀਤਾ ਸੀਗਾ, ਠੀਕ ਹੈ। ਪਹਿਲੀ ਲੇਡੀਜ਼ ਵੀ ਹੈ ਮੁਗਲਾਂ ਦੀ ਜਿਹੜੀ ਕਿ ਕਹਿ ਸਕਦੇ ਹਾਂ ਰਜੀਆ ਸੁਲਤਾਨ ਸੀਗੀ। ਨੈਕਸਟ ਹੈ ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਹੈ। ਖਿਲਜੀ ਵੰਸ਼, ਖਿਲਜੀ ਵੰਸ਼ ਦਾ ਸੰਸਥਾਪਕ ਹੈ ਜੀ ਜਲਾਉਦੀਨ ਖਿਲਜੀ। ਇਸ ਨੂੰ ਖਿਲਜੀ ਵੰਸ਼ ਦਾ ਸੰਸਥਾਪਕ ਮੰਨਿਆ ਜਾਂਦਾ ਹੈ, ਜਿਸ ਨੇ ਖਿਲਜੀ ਵੰਸ਼ ਦੀ ਨੀਂਹ ਰੱਖੀ ਹੈ, ਜਲਾਉਦੀਨ ਖਿਲਜੀ। ਜਵਾਲੇ ਤੋਂ ਸ਼ੁਰੂਆਤ ਕਰਦੇ ਹਨ, ਸੋ ਇਸ ਕਰਕੇ ਇੱਥੋਂ ਹੀ ਇਸ ਦੀ ਜਿਹੜੀ ਸ਼ੁਰੂਆਤ ਹੋਈ ਸੀ। ਨੈਕਸਟ ਹੈ ਗਿਆਸੁਦੀਨ ਬਲਬਨ ਨੇ ਮੁਗਲਾਂ ਵਿਰੁੱਧ ਕਿਹੜੀ ਨੀਤੀ ਅਪਣਾਈ ਸੀ। ਗਿਆਸੁਦੀਨ ਬਲਬਨ ਨੇ ਕਿਹੜੀ ਨੀਤੀ ਜਿਹੜੀ ਹੈ ਉਹ ਮੁਗਲਾਂ ਦੇ ਵਿਰੁੱਧ ਅਪਣਾਈ ਸੀ। ਸੋ ਇਹ ਸੀ ਲੋਹੇ ਅਤੇ ਲਹੂ ਦੀ ਨੀਤੀ, ਠੀਕ ਹੈ। ਬਲੱਡ ਐਂਡ ਆਇਰਨ ਦੀ ਜਿਹੜੀ ਪੋਲਿਸੀ ਸੀ ਇਸ ਨੂੰ ਅਪਣਾਇਆ ਸੀ। ਇਹਦੇ ਅਧੀਨ ਸੀ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਮਾਰ ਦਿੱਤਾ ਜਾ ਸਕਦਾ ਸੀ, ਕੱਟਿਆ ਜਾ ਸਕਦਾ ਸੀਗਾ, ਔਰ ਬਾਅਦ ਦੇ ਵਿੱਚ ਹੀ ਉਸ ਨੂੰ ਪੁੱਛਿਆ ਜਾਂਦਾ ਸੀ ਵੀ ਤੇਰਾ ਕਸੂਰ ਕੀ ਹੈ। ਨੈਕਸਟ ਹੈ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ। ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ। ਮੁਗਲ ਸਾਮਰਾਜ ਦੇ ਵਿੱਚ ਸਭ ਤੋਂ ਪਹਿਲਾ ਸ਼ਾਸਕ ਸੀਗਾ, ਜਿਹੜਾ ਸਭ ਤੋਂ ਪਹਿਲਾ ਸ਼ਾਸਕ ਸੀ ਉਹ ਬਾਬਰ ਸੀਗਾ। ਸੋ ਬਾਬਰ ਨੇ ਜਿਹੜਾ ਹੈ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਭਾਰਤ ਦੇ ਵਿੱਚ, ਹੈ ਨਾ। ਸੋ ਇਸ ਤੋਂ ਇਲਾਵਾ ਬਾਬਰ ਉਹ ਵਿਅਕਤੀ ਸੀ ਜਿਸ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਦੇ ਉੱਪਰ ਹਮਲਾ ਕੀਤਾ ਸੀਗਾ। 1519-20 ਦੇ ਵਿੱਚ ਜਿਹੜਾ ਹੈ ਇਸਨੇ ਹਮਲਾ ਕੀਤਾ ਸੀਗਾ ਭਾਰਤ ਦੇ ਵਿੱਚ, ਓਕੇ। ਇਸ ਤੋਂ ਇਲਾਵਾ ਇਸਨੇ ਸੁਲਤਾਨਪੁਰ ਦੇ ਵਿੱਚ ਜਿਹੜਾ ਹਮਲਾ ਕਰਕੇ ਸੁਲਤਾਨਪੁਰ ਲੋਧੀ ਦੇ ਵਿੱਚ ਹਮਲਾ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਇਸਨੇ ਬੰਦੀ ਵੀ ਬਣਾ ਲਿਆ ਸੀਗਾ। ਨੈਕਸਟ ਹੈ ਬਾਬਰ ਦਾ ਪੁੱਤਰ ਕੌਣ ਸੀ। ਬਾਬਰ ਨੇ ਮੁਗਲ ਸਾਮਰਾਜ ਦੀ ਜਿਹੜੀ ਨੀਂਹ ਰੱਖੀ ਹੈ ਜਾਂ ਪਹਿਲਾ ਸ਼ਾਸਕ ਸੀ ਭਾਰਤ ਦੇ ਵਿੱਚ, ਔਰ ਬਾਬਰ ਦਾ ਜਿਹੜਾ ਪੁੱਤਰ ਸੀ ਉਹ ਹਿਮਾਯੂ ਸੀਗਾ, ਹਿਮਾਯੂ। ਨੈਕਸਟ ਹੈ
ਬਾਬਰ ਨੇ 1527 ਦੇ ਵਿੱਚ ਕਾਨਵਾਹ ਦੀ ਲੜਾਈ ਦੇ ਵਿੱਚ ਕਿਸ ਨੂੰ ਹਰਾਇਆ ਸੀ, ਕਿਹੜੇ ਰਾਜੇ ਨੂੰ ਹਰਾਇਆ ਸੀ ਕਿਸ ਨੇ? ਸੋ ਰਾਈਟ ਆਨਸਰ ਰਾਣਾ ਸਾਂਗ ਨੂੰ ਜਿਹੜਾ ਹੈ 1527 ਦੇ ਵਿੱਚ ਕਾਨਵਾਹ ਦੀ ਲੜਾਈ ਦੇ ਵਿੱਚ ਬਾਬਰ ਨੇ ਹਰਾਇਆ ਸੀ। ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਾਨਵਾਹ ਦੀ ਲੜਾਈ ਕਦੋਂ ਹੋਈ, ਤਾਂ 1527 ਦੇ ਵਿੱਚ ਹੋਈ ਹੈ। ਕਿਸ ਦੇ ਵਿਚਕਾਰ ਹੋਈ? ਬਾਬਰ ਅਤੇ ਰਾਣਾ ਸਾਂਗ ਦੇ ਵਿਚਕਾਰ ਹੋਈ, ਅਤੇ ਇਸ ਦੇ ਵਿੱਚ ਹਾਰ ਕਿਸ ਦੀ ਹੋਈ? ਰਾਣਾ ਸਾਂਗ ਦੀ ਹੋਈ ਹੈ, ਤੇ ਬਾਬਰ ਜਿੱਤ ਗਿਆ ਸੀ। ਨੈਕਸਟ ਹੈ, ਸ਼ਾਹਜਹਾਂ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਸ਼ਾਹਜਹਾਂ ਨੇ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ? ਸ਼ਾਹਜਹਾਂ ਨੇ 1628 ਤੋਂ ਲੈ ਕੇ 1657 ਤੱਕ ਸ਼ਾਸਨ ਕੀਤਾ ਸੀ, ਔਰ ਇਸ ਦੇ ਦੌਰਾਨ ਕਾਫੀ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਉਹਨਾਂ ਦਾ ਨਿਰਮਾਣ ਵੀ ਹੋਇਆ ਸੀ। ਠੀਕ ਹੈ, ਸੋ 1628 ਤੋਂ ਲੈ ਕੇ 1657 ਤੱਕ। ਸੋ ਇਸ ਦੇ ਨਾਲ ਕੁਝ ਹੋਰ ਕੁਐਸਚਨ ਵੀ ਅੱਗੇ ਆਉਣਗੇ। ਨੈਕਸਟ ਹੈ, ਮੁਗਲ ਕਾਲ ਦੇ ਵਿੱਚ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਜਿਹੜਾ ਰਾਜ ਸੀ ਉਸ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀਗਾ? ਮੁਗਲ ਕਾਲ ਦੇ ਵਿੱਚ ਪ੍ਰਾਂਤ ਦੇ ਮੁਖੀ ਨੂੰ ਤਾਂ ਕਿਹਾ ਜਾਂਦਾ ਸੀ ਜੀ ਸੂਬੇਦਾਰ। ਮੁਗਲ ਕਾਲ ਦੇ ਵਿੱਚ ਪ੍ਰਾਂਤ ਦਾ ਜਿਹੜਾ ਮੁਖੀ ਹੁੰਦਾ ਸੀ, ਪ੍ਰਮੁੱਖ ਅਧਿਕਾਰੀ ਹੁੰਦਾ ਸੀ, ਉਸ ਨੂੰ ਸੂਬੇਦਾਰ ਕਿਹਾ ਜਾਂਦਾ ਸੀ। ਨੈਕਸਟ ਹੈ, ਮੁਗਲ ਸਮਰਾਜ ਦਾ ਆਖਰੀ ਪ੍ਰਸਿੱਧ ਸ਼ਾਸਕ ਕੌਣ ਸੀਗਾ? ਸੋ ਆਖਰੀ ਪ੍ਰਸਿੱਧ ਸ਼ਾਸਕ ਸੀਗਾ ਜੀ ਔਰੰਗਜ਼ੇਬ। ਸੋ ਇਹ ਆਖਰੀ ਮੁਗਲ ਸਮਰਾਜ ਦਾ ਜਿਹੜਾ ਹੈ ਸ਼ਾਸਕ ਮੰਨਿਆ ਜਾਂਦਾ ਹੈਗਾ ਗਾ। ਓਕੇ, ਇਸ ਤੋਂ ਬਾਅਦ ਬਹਾਦਰ ਸ਼ਾਹ ਵਰਗੇ ਜਿਹੜੇ ਆ ਗਏ ਸੀਗੇ। ਠੀਕ ਹੈ, ਬਟ ਇਹ ਆਖਰੀ ਸੀਗਾ ਮੁਗਲ। ਔਰ ਇਸ ਵਿਅਕਤੀ ਨੂੰ ਜਿਹੜਾ ਹੈ ਖੱਤ ਲਿਖਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ, ਜਾਫਰਨਾਮਾ, ਦੀਨਾ ਕਾਂਗੜ ਦੇ ਨਾਮ ਸਥਾਨ ਤੋਂ। ਨੈਕਸਟ ਕੁਐਸਚਨ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ? ਸੋ ਔਰੰਗਜ਼ੇਬ ਨੇ ਧਾਰਮਿਕ ਕੱਟੜਤਾ ਨੂੰ ਅਪਣਾਉਂਦੇ ਹੋਏ 11 ਦਸੰਬਰ 1675 ਨੂੰ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਦਿੱਲੀ ਦੇ ਵਿੱਚ। ਨੈਕਸਟ ਹੈ, शिवाजी की मौत कदों हुई? शिवाजी की मौत कदों हुई? सो राइट आंसर 1680 ਦੇ ਵਿੱਚ ਜਿਹੜਾ ਹੈ शिवाजी की मौत हो गई सी। नैक्सट क्वेश्चन है, भारत ਦੇ ਵਿੱਚ सूरज मंदिर कितने है? सो वेरी इंपॉर्टेंट, ये मंदिर बहुत ज़्यादा इंपॉर्टेंट है, इसनों ध्यान च रखना। ਭਾਰਤ ਦੇ ਵਿੱਚ ਸੂਰਜ ਮੰਦਰ ਜਿਹੜਾ ਹੈ ਉਹ ਕੋਨਾਰਕ ਦੇ ਵਿੱਚ ਸਥਿਤ ਹੈ, ਜੋ ਕਿ ਉੜੀਸਾ ਰਾਜ ਦੇ ਵਿੱਚ ਸਥਿਤ ਹੈ। ਸੂਰਜ ਮੰਦਰ ਕੋਨਾਰਕ ਦੇ ਵਿੱਚ ਸਥਿਤ ਹੈ, ਜੋ ਕਿ ਉੜੀਸਾ ਰਾਜ ਦੇ ਵਿੱਚ ਸਥਿਤ ਹੈ। ਵੈਰੀ ਇੰਪॉर्टेंट ਕੁਐਸਚਨ ਹੈ। ਨੈਕਸਟ ਹੈ, ਉੱਤਰੀ ਭਾਰਤ ਦੇ ਮੰਦਰ ਨਿਰਮਾਣ ਦੇ ਲਈ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ? ਉੱਤਰ ਭਾਰਤ ਦੇ ਵਿੱਚ ਜਿੰਨੇ ਵੀ ਮੰਦਰ ਬਣਾਏ ਗਏ ਨੇ, ਸੋ ਇਹ ਮੰਦਰ ਜਿਹੜੇ ਆ ਉਹ ਕਿਹੜੀ ਸ਼ੈਲੀ ਦੀ ਵਰਤੋਂ ਕਰਕੇ ਬਣਾਏ ਗਏ ਹੈਗੇ ਨੇ? ਸੋ ਇਹ ਨਾਗਰਾ ਸ਼ੈਲੀ ਦਾ ਇਸਤੇਮਾਲ ਕਰਦੇ ਹੋਏ ਉੱਤਰੀ ਭਾਰਤ ਦੇ ਨਾਰਥ ਇੰਡੀਆ ਦੇ ਸਾਰੇ ਮੰਦਰ ਜਿਹੜੇ ਨੇ, ਟੈਂਪਲ ਜਿਹੜੇ ਨੇ, ਉਹ ਬਣਾਏ ਗਏ ਹੈਗੇ ਨੇ। ਨੈਕਸਟ ਹੈ, ਸੰਸਾਰ ਦੀ ਸਭ ਤੋਂ ਵੱਡੀ ਮੂਰਤੀ ਕਿਹੜੀ ਹੈ ਅਤੇ ਕਿੱਥੇ ਸਥਿਤ ਹੈ? ਸੰਸਾਰ ਦੀ ਸਭ ਤੋਂ ਵੱਡੀ ਮੂਰਤੀ ਕਿਹੜੀ ਹੈ ਅਤੇ ਕਿੱਥੇ ਸਥਿਤ ਹੈ? ਸੋ ਹੈਗੀ ਆ ਗਮਤੇਸ਼ਵਰ ਜਿਹੜੀ ਹੈ ਇਹ ਸੰਸਾਰ ਦੀ ਸਭ ਤੋਂ ਵੱਡੀ ਜਿਹੜੀ ਮੂਰਤੀ ਹੈ, ਅਤੇ ਕਰਨਾਟਕ ਰਾਜ ਦੇ ਵਿੱਚ ਇਸ ਮੂਰਤੀ ਨੂੰ ਐਸਟੈਬਲਿਸ਼ ਕੀਤਾ ਹੋਇਆ ਹੈ। ਨੈਕਸਟ ਹੈ, ਦੱਖਣੀ ਭਾਰਤ ਦੇ ਮੰਦਰ ਨਿਰਮਾਣ ਲਈ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ? ਉੱਤਰ ਭਾਰਤ ਦੇ ਲਈ ਨਾਗਰਾ ਸ਼ੈਲੀ ਹੈ। ਅਗਰ ਦੱਖਣੀ ਭਾਰਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦੇ ਨਿਰਮਾਣ ਕਰਨ ਦੇ ਲਈ ਦਰਾਵੜ ਸ਼ੈਲੀ ਦਾ ਜਿਹੜੀ ਵਰਤੋਂ ਕੀਤੀ ਗਈ ਹੈ। ਸੋ ਦਰਾਵੜ ਸ਼ੈਲੀ ਦੇ ਲੋਕ ਜਿਹੜੇ ਮੱਧ ਪ੍ਰਦੇਸ਼ ਦੇ ਜਾਂ ਜਾਣੀ ਕਿ ਸਾਊਥ ਵਾਲੇ ਖੇਤਰ ਦੇ ਵਿੱਚ ਸੀਗੇ, ਸੋ ਇਸੇ ਕਰਕੇ ਹੈ ਨਾ ਇਹ ਦਰਾਵੜ ਸ਼ੈਲੀ ਦੇ ਆਧਾਰ ਦੇ ਉੱਪਰ ਹੀ ਨੇ, ਦਰਾਵੜ ਲੋਕ ਰਹਿੰਦੇ ਸੀ ਤਾਂ ਉਹਨਾਂ ਦੇ ਆਧਾਰ ਦੇ ਉੱਪਰ ਇਸ ਨੂੰ ਦਰਾਵੜ ਸ਼ੈਲੀ ਹੀ ਕਿਹਾ ਜਾਂਦਾ ਹੈ, ਕਿਉਂਕਿ ਸਾਊਥ ਦੇ ਵਿੱਚ ਉਹੀ ਰਹਿੰਦੇ ਸੀਗੇ। ਨੈਕਸਟ ਹੈ, ਰਾਜ ਰਾਜੇਸ਼ਵਰ ਮੰਦਿਰ ਕਿਸ ਨੇ ਬਣਾਇਆ ਸੀ? ਰਾਜ ਰਾਜੇਸ਼ਵਰ ਮੰਦਿਰ ਜਿਹੜਾ ਹੈ ਉਹ ਕਿਸ ਦੇ ਦੁਆਰਾ ਬਣਾਇਆ ਗਿਆ ਸੀ? ਚੌਲ ਸ਼ਾਸਕ ਰਾਜਾ ਦੇ ਦੁਆਰਾ ਇਸ ਨੂੰ ਬਣਾਇਆ ਗਿਆ ਸੀ। ਚੌਲ ਸ਼ਾਸਕ ਰਾਜ ਦੇ ਦੁਆਰਾ ਬਣਾਇਆ ਗਿਆ ਸੀ। ਨੈਕਸਟ ਹੈ, ਵੈਰੀ ਇੰਪॉर्टेंट, ਢਾਈ ਦਿਨ ਕਾ ਚੋਪੜਾ ਜਿਹੜਾ ਹੈ ਉਹ ਕਿੱਥੇ ਸਥਿਤ ਹੈ? ਸੋ ਇਹ ਹੈ ਅਜਮੇਰ ਦੇ ਵਿੱਚ ਸਥਿਤ, ਜੋ ਕਿ ਕੁਤਬਦੀਨ ਐਬਕ ਦੇ ਨਾਲ ਸੰਬੰਧਿਤ ਹੈ, ਜਿਸ ਨੂੰ ਬਣਾਇਆ ਗਿਆ ਸੀ ਕੁਤਬਦੀਨ ਐਬਕ ਨੇ। ਅਤੇ ਢਾਈ ਦਿਨ ਕਾ ਚੋਪੜਾ ਅਜਮੇਰ ਦੇ ਵਿੱਚ ਸਥਿਤ ਹੈ, ਇਹ ਵੀ ਯਾਦ ਰੱਖਣਾ ਹੈ। ਮੋਸਟ ਇੰਪॉर्टेंट ਕੁਐਸਚਨ ਹੈ ਇਹ। ਨੈਕਸਟ ਹੈ 41 ਨੰਬਰ, ਚਾਰ ਮੀਨਾਰ ਕਿਸ ਜਗ੍ਹਾ ਤੇ ਸਥਿਤ ਹੈ? ਚਾਰ ਮੀਨਾਰ ਕਿਸ ਜਗ੍ਹਾ ਤੇ ਸਥਿਤ ਹੈ? ਸੋ ਇਹ ਸਥਿਤ ਹੈ ਜੀ ਹੈਦਰਾਬਾਦ ਦੇ ਵਿੱਚ। ਚਾਰ ਮੀਨਾਰ, ਢਾਈ ਦਿਨ ਕਾ ਚੋਪੜਾ, ਇਹ ਕਾਫੀ ਇੰਪॉर्टेंट ਨੇ। ਲਾਲ ਕਿਲਾ, ਤਾਜ ਮਹਿਲ, ਇਹ ਸਾਰੇ ਉਸ ਦੇ ਵਿੱਚ ਆਉਂਦੇ ਹੈਗੇ ਨੇਗੇ। ਠੀਕ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਣਾ, ਕਿਸ ਨੇ ਬਣਾਇਆ ਤੇ ਕਿੱਥੇ ਬਣਵਾਇਆ ਗਿਆ। ਨੈਕਸਟ ਹੈ, ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਸ ਮੁਗਲ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ? ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਸ ਮੁਗਲ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ? ਇਹਦੇ ਬਾਰੇ ਪਹਿਲਾਂ ਹੀ ਦੱਸਿਆ ਤੁਹਾਨੂੰ ਕਿ ਕੁਐਸਚਨ ਆਵੇਗਾ। ਸੋ ਇਹ ਸੀਗਾ ਸ਼ਾਹਜਹਾਂ। ਇਸ ਨੇ ਸਭ ਤੋਂ ਵੱਧ ਜਿਹੜਾ ਹੈ ਭਵਨ ਨਿਰਮਾਣ ਬਣਾਏ ਨੇ, ਜਿਸ ਕਰਕੇ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਹਾ ਜਾਂਦਾ ਹੈ, ਜਿਸ ਨੇ ਤਾਜ ਮਹਿਲ, ਲਾਲ ਕਿਲਾ, ਬਹੁਤ ਸਾਰੇ ਹੋਰ ਜਿਹੜੇ ਆ ਕਿਲੇ ਜਾਂ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਉਹ ਬਣਵਾਈਆਂ ਸੀਗੀਆਂ।
ਨੈਕਸਟ ਹੈ ਲਾਲ ਕਿਲ੍ਹਾ ਸ਼ਾਹਜਹਾਂ ਦੇ ਦੁਆਰਾ ਕਦੋਂ ਬਣਾਇਆ ਗਿਆ, ਜੋ ਕਿ ਦਿੱਲੀ ਦੇ ਵਿੱਚ ਸਥਿਤ ਹੈ। ਸੋ ਇਹ ਬਣਾਇਆ ਗਿਆ ਸੀਗਾ ਜੀ 1639 ਦੇ ਵਿੱਚ। ਲਾਲ ਕਿਲ੍ਹਾ 1639 ਦੇ ਵਿੱਚ ਲਾਲ ਕਿਲ੍ਹਾ ਸ਼ਾਹਜਹਾਂ ਦੇ ਦੁਆਰਾ ਬਣਾਇਆ ਗਿਆ ਸੀ। ਠੀਕ ਹੈ, ਦੋ ਕੁਐਸਚਨ ਨੇ, ਸ਼ਾਹਜਹਾਂ ਦੇ ਦੁਆਰਾ ਬਣਾਇਆ ਗਿਆ ਅਤੇ 1639 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਨੈਕਸਟ ਹੈ 44 ਨੰਬਰ, ਅਲਾਉਦੀਨ ਖਿਲਜੀ ਦੇ ਦੁਆਰਾ ਕਿਹੜੀ ਪ੍ਰਸਿੱਧ ਇਮਾਰਤ ਬਣਾਈ ਗਈ। ਅਲਾਉਦੀਨ ਖਿਲਜੀ ਦੇ ਦੁਆਰਾ ਕਿਹੜੀ ਪ੍ਰਸਿੱਧ ਇਮਾਰਤ ਬਣਾਈ ਗਈ। ਸੋ ਰਾਈਟ ਇਸ ਦਾ ਆਨਸਰ ਅਲਾਈ ਦਰਵਾਜ਼ਾ। ਅਲਾਈ ਦਰਵਾਜ਼ਾ ਜਿਹੜਾ ਹੈ ਉਹ ਅਲਾਉਦੀਨ ਖਿਲਜੀ ਦੇ ਦੁਆਰਾ ਬਣਾਈ ਗਈ ਹੈ। ਅਗਰ ਕੁਐਸਚਨ ਇਸ ਤਰ੍ਹਾਂ ਹੁੰਦਾ ਹੈ ਕਿ ਅਲਾਈ ਦਰਵਾਜ਼ਾ ਕਿਸ ਨੇ ਬਣਾਇਆ ਹੈ, ਤਾਂ ਅਲਾਈ ਦੋਨਾਂ ਦੇ ਸੇਮ ਸ਼ਬਦ ਨੇਗੇ ਪਹਿਲੇ ਵਰਡ, ਇਸ ਤੋਂ ਤੁਸੀਂ ਯਾਦ ਰੱਖ ਲੈਣਾ ਹੈ। ਠੀਕ ਹੈ, ਅਲਾਓ ਅਲਾਈ, ਇਸ ਤੋਂ ਹੀ ਪਤਾ ਲੱਗ ਜੂਗਾ ਤੁਹਾਨੂੰ ਕਿ ਅਲਾਈ ਦਰਵਾਜ਼ਾ ਜਿਹੜਾ ਹੈ ਉਹ ਅਲਾਉਦੀਨ ਖਿਲਜੀ ਨੇ ਬਣਾਇਆ ਹੈ। ਨੈਕਸਟ ਹੈ ਸਿੰਧ ਘਾਟੀ ਦੇ ਲੋਕਾਂ ਦੀਆਂ ਰਾਜਧਾਨੀ ਨਗਰ ਕਿਹੜੇ ਸੀ। ਸਿੰਧ ਘਾਟੀ ਦੇ ਜਿਹੜੇ ਲੋਕ ਸੀਗੇ ਹੜੱਪਾ ਸਿਵਲਾਈਜੇਸ਼ਨ ਵਾਲੇ, ਸੋ ਇਹਨਾਂ ਦੀ ਰਾਜਧਾਨੀ ਜਿਹੜੀ ਹੈ ਉਹ ਕੈਪੀਟਲ ਕਿਹੜੀ ਸੀਗੀ। ਸੋ ਇਹ ਸੀਗੀ ਹੜੱਪਾ ਤੇ ਮਹਿੰਜੋਦੜੋ। ਇਹ ਦੋ ਖੇਤਰ ਸੀਗੇ ਜਿੱਥੇ ਕਿ ਜਿਹੜੇ ਕਿ ਪ੍ਰਮੁੱਖ ਕੇਂਦਰ ਸੀ। ਹੜੱਪਾ ਜਿਹੜਾ ਹੈ ਉਹ 1921 ਦੇ ਵਿੱਚ ਖੋਜਿਆ ਗਿਆ ਸੀਗਾ ਅਤੇ ਮਹਿੰਜੋਦੜੋ ਸੀ ਜਿਹੜਾ ਇਹ 1922 ਦੇ ਵਿੱਚ ਖੋਜਿਆ ਗਿਆ ਸੀ। ਇੱਥੋਂ ਹੀ ਵਿਸ਼ਾਲ ਇਸ਼ਨਾਨ ਘਰ, ਕਾਸੇ ਦੀ ਨਰਤਕੀ ਮੂਰਤੀ, ਠੀਕ ਹੈ, ਅਤੇ ਤ੍ਰਿਮੁਖੀ ਦੀ ਜਿਹੜੀ ਮੂਰਤੀ ਹੈ ਉਹ ਮਿਲੀ ਸੀਗੀ। ਨੈਕਸਟ ਹੈ ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਕਿਹੜੇ ਨਗਰਾਂ ਦੇ ਵਿੱਚੋਂ ਵਿਕਾਸ ਹੋਇਆ। ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਕਿਹੜੇ ਨਗਰਾਂ ਦਾ ਰਾਜਧਾਨੀ ਨਗਰਾਂ ਦੇ ਵਜੋਂ ਵਿਕਾਸ ਹੋਇਆ। ਠੀਕ ਹੈ, ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਕਿਹੜੇ ਨਗਰਾਂ ਦਾ ਰਾਜਧਾਨੀ ਨਗਰਾਂ ਦੇ ਵਜੋਂ, ਜੋ ਕਿ ਰਾਜਧਾਨੀਆਂ ਦੇ ਰੂਪ ਦੇ ਵਿੱਚ ਵਿਕਸਿਤ ਹੋਈਆਂ। ਸੇ ਸੀ ਲਾਹੌਰ ਅਤੇ ਦਿੱਲੀ, ਇਹ ਹੋਈਆਂ ਦਿੱਲੀ ਸਲਤਨਤ ਦੇ ਕਾਰਜਕਾਲ ਦੇ ਦੌਰਾਨ। ਠੀਕ ਹੈ, ਇਹ ਲਾਹੌਰ ਤੇ ਦਿੱਲੀ ਉਸ ਸਮੇਂ ਬਣੀਆਂ ਸੀ ਰਾਜਧਾਨੀਆਂ। ਨੈਕਸਟ ਹੈ ਮੁਗਲ ਕਾਲ ਸਮੇਂ ਕਿਹੜੇ ਨਗਰ ਮੁਗਲਾਂ ਦੀ ਰਾਜਧਾਨੀ ਨਗਰ ਸਨ। ਮੁਗਲ ਕਾਲ ਦੇ ਸਮੇਂ ਕਿਹੜੇ ਨਗਰ ਮੁਗਲਾਂ ਦੀਆਂ ਰਾਜਧਾਨੀਆਂ ਜਾਂ ਰਾਜਧਾਨੀ ਨਗਰ ਸਨ। ਸੋ ਇਹ ਸੀਗੇ ਤਿੰਨ, ਇੱਕ ਸੀ ਦਿੱਲੀ, ਦੂਸਰਾ ਆਗਰਾ ਤੇ ਤੀਸਰਾ ਫਤਿਹਪੁਰ ਸਿਕਰੀ। ਇਹ ਤਿੰਨੇ ਹੀ ਜਿਹੜੀਆਂ ਮੁਗਲ ਕਾਲ ਦੇ ਦੌਰਾਨ ਰਾਜਧਾਨੀਆਂ ਰਹੀਆਂ ਨੇ ਮੁਗਲਾਂ ਦੀਆਂ, ਮੁਗਲ ਪੀਰੀਅਡ ਦੇ ਦੌਰਾਨ। ਨੈਕਸਟ ਹੈ ਕੋਈ ਦੋ ਬੰਦਰਗਾਹਾਂ ਦੇ ਨਾਮ ਦੱਸੋ। ਕੋਈ ਵੀ ਦੋ ਬੰਦਰਗਾਹਾਂ ਦੇ ਨਾਮ ਦੱਸੋ। ਸੋ ਇਹਦੇ ਵਿੱਚ ਦੋ ਪੁੱਛਿਆ ਗਿਆ ਹੈ, ਗੋਆ ਤੇ ਕੋਚੀਨ ਤੇ ਸੂਰਤ ਤਿੰਨ ਦੱਸੇ ਗਏ ਨੇ। ਮੁੰਬਈ ਵੀ ਜਿਹੜੀ ਹੈ ਉਹ ਬੰਦਰਗਾਹ ਹੀ ਹੈਗੀ ਹੈ। ਠੀਕ ਹੈ, ਇਹ ਜਿਹੜੀਆਂ ਤਿੰਨ ਪ੍ਰਮੁੱਖ ਨੇ ਹੈਗੀਆਂ। ਨੈਕਸਟ ਹੈ ਮੱਧਕਾਲ ਯੁੱਗ ਦੇ ਵਿੱਚ ਭਾਰਤ ਦੇ ਵਪਾਰੀਆਂ ਅਤੇ ਕਾਰੀਗਰਾਂ ਦੇ ਸੰਘ ਨੂੰ ਕੀ ਕਿਹਾ ਜਾਂਦਾ ਸੀ। ਮੱਧਕਾਲ ਮੀਡੀਵਲ ਪੀਰੀਅਡ ਦੇ ਵਿੱਚ ਭਾਰਤ ਦੇ ਜਿਹੜੇ ਵਪਾਰੀ ਸੀ ਅਤੇ ਕਾਰੀਗਰ ਸੀ, ਉਹਨਾਂ ਦੇ ਸੰਘ ਨੂੰ, ਉਹਨਾਂ ਦੀ ਜਿਹੜੀ ਯੂਨੀਅਨ ਸੀ, ਉਸ ਨੂੰ ਕੀ ਕਿਹਾ ਜਾਂਦਾ ਸੀ। ਸੋ ਗਿਲਡ ਕਿਹਾ ਜਾਂਦਾ ਸੀਗਾ ਜੀ ਮੱਧਕਾਲ ਯੁੱਗ ਦੇ ਵਿੱਚ ਭਾਰਤ ਦੇ ਵਪਾਰੀ ਅਤੇ ਕਾਰੀਗਰ ਸੰਘ ਨੂੰ। ਨੈਕਸਟ ਹੈ ਲਾਹੌਰ ਨੇ ਕਿੰਨੇ ਤੋਂ ਕਿੰਨੇ ਸਮੇਂ ਤੱਕ ਪੰਜਾਬ ਰਾਜ ਦੀ ਰਾਜਧਾਨੀ ਦੇ ਰੂਪ ਦੇ ਵਿੱਚ ਭੂਮਿਕਾ ਨਿਭਾਈ, ਯਾਨੀ ਕਿ ਕਿੰਨੇ ਸਮੇਂ ਤੱਕ ਜਿਹੜੀ ਹੈ ਰਾਜਧਾਨੀ ਰਹੀ ਹੈ ਪੰਜਾਬ ਦੀ। ਲਾਹੌਰ ਇੱਕ ਪ੍ਰਮੁੱਖ ਕੇਂਦਰ ਸੀ ਪੰਜਾਬ ਦਾ, ਜਿਹੜਾ ਕਿ 1849 ਦੇ ਵਿੱਚ, ਯਾਨੀ ਕਿ ਅੰਗਰੇਜ਼ਾਂ ਦਾ ਜਦੋਂ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਸ਼ਾਮਲ ਕੀਤਾ, ਅਤੇ ਲਾਸਟ ਦੇ ਵਿੱਚ 1947 ਤੱਕ, ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੋ ਗਿਆ, ਉਦੋਂ ਤੱਕ ਰਾਜਧਾਨੀ ਦੀ ਭੂਮਿਕਾ ਨਿਭਾਈ ਹੈ। ਪੰਜਾਬ ਦੀ ਰਾਜਧਾਨੀ ਰਿਹਾ ਹੈ ਲਾਹੌਰ 1849 ਤੋਂ ਲੈ ਕੇ 1947 ਤੱਕ। ਓਕੇ ਜੀ, ਸੋ ਇਹ ਸੀ ਅੱਜ ਦੇ ਸਾਡੇ MCQ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।